realize, educate, accept, communicate, help, reach जरूरी है, पहुंचना बेहद जरूरी है because it's for drug and gang free communities। ਇਹ ਨੌਜਵਾਨਾਂ ਲਈ ਹੈ ਤਾਂ ਕਿ ਜਵਾਨੀਆਂ ਨਸ਼ੇ ਹੇਠ ਨਾ ਦਬ ਜਾਣ। ਸਪੋਰਟ ਆਰ ਕਾਰ ਰੈਲੀ ਬਾਈ ਪਿਕਸ। Your presence will mark your concern for society। ਫਿਕਰ ਕਰਦੇ ਹੋ ਤਾਂ ਪਹੁੰਚੋ। ਕਿੱਥੇ ਆਉਣਾ ਤੇ ਕਿੰਨੇ ਵਜੇ? Details are here। #Young Lives Matter। ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਅੱਜ ਸਾਡੀ ਟੀਮ ਪਹੁੰਚੀ ਹੋਈ ਹੈ ਪਿਕਸ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਜਿੱਥੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਮੇਰੇ ਨਾਲ ਹੈ ਕੰਗਨਾ। ਥੈਂਕ ਯੂ ਅਰਸ਼। ਸੋ ਅੱਜ ਆਪਾਂ ਇੱਥੇ ਆਏ ਹਾਂ ਅਤੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਸਟਾਫ ਨਾਲ ਕਿ ਇਵੈਂਟ ਕਦੋਂ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ ਅਤੇ ਇਹਦੇ 'ਚ ਕੀ ਐਕਟੀਵਿਟੀਜ਼ ਇਨਵੋਲਵਡ ਹੈਗੀਆਂ। ਬਿਲਕੁਲ ਜਿਵੇਂ ਕੰਗਨਾ ਨੇ ਕਿਹਾ ਕਿ ਇਵੈਂਟ ਹੋ ਰਿਹਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਮਿਲ ਨੇ ਉਹਦੇ ਵਿੱਚ ਨੌਜਵਾਨਾਂ ਨੂੰ ਖਾਸ ਕਰਕੇ ਫੋਕਸ ਕੀਤਾ ਜਾ ਰਿਹਾ ਤਾਂ ਕਿ ਉਹ ਡਰੱਗਸ ਤੋਂ ਅਤੇ ਗੈਂਗਸ ਤੋਂ ਜਿਹੜੇ ਦੂਰ ਰਹਿਣ। ਪੂਰੀ ਇਨਫੋਰਮੇਸ਼ਨ ਚਾਹੁੰਦੇ ਆ ਅਤੇ ਆਓ ਚੱਲਦੇ ਹਾਂ ਅਤੇ ਕਰਦੇ ਹਾਂ ਗੱਲਬਾਤ। ਕਿ ਅਸੀਂ ਪਿਕਸ ਦੇ ਉੱਤੇ ਆਏ ਹੋਏ ਹਾਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੀਆਂ ਸਰਵਿਸਿਜ਼ ਇਹਨਾਂ ਦੇ ਦੁਆਰਾ ਦਿੱਤੀਆਂ ਜਾਂਦੀਆਂ। ਹਰ ਕਮਿਊਨਿਟੀ ਨੂੰ ਕੋਈ ਵੀ ਤਰ੍ਹਾਂ ਦੀ ਸਰਵਿਸ ਹੋਵੇ, ਐਜੂਕੇਸ਼ਨ ਦੇ ਤੌਰ 'ਤੇ ਹੋਵੇ, ਕੋਈ ਵੀ ਇਵੈਂਟ ਦੇ ਤੌਰ 'ਤੇ ਹੋਵੇ, ਕੋਈ ਵੀ ਜਾਣਕਾਰੀ ਦੇ ਤੌਰ 'ਤੇ ਹੋਵੇ, ਕੋਈ ਵੀ ਜਾਣਕਾਰੀ ਤੁਸੀਂ ਕੋਈ ਫਾਰਮ ਫਿਲ ਕਰਨਾ, ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਦੁਆਰਾ ਸਰਵਿਸਿਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਪਰ ਅੱਜ ਅਸੀਂ ਪਹੁੰਚੇ ਹੋਏ ਹਾਂ ਇੱਕ ਇਵੈਂਟ ਬਾਰੇ ਗੱਲ ਕਰਨ ਨੂੰ, ਨੌਜਵਾਨਾਂ ਦੇ ਬਾਰੇ ਗੱਲ ਕਰਨ ਨੂੰ, ਕਿਉਂਕਿ ਯੰਗ ਲਾਈਵਸ ਮੈਟਰ। ਇਲਿਸਿਟ ਡਰੱਗਸ ਦੇ ਬਾਰੇ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਇੱਕ ਹਿਸਾਬ ਨਾਲ ਟੁੱਟ ਜਾਂਦਾ ਹੈ ਕਿ ਕਿੰਨੀਆਂ ਇਲਿਸਿਟ ਡਰੱਗਸ ਨੇ ਨੌਜਵਾਨਾਂ ਦੇ ਉੱਤੇ ਅਸਰ ਕੀਤਾ ਅਤੇ ਕਿੰਨੀਆਂ ਲਾਈਵਸ ਜਿਹੜੀਆਂ ਨੇ ਉਹ ਜਾ ਰਹੀਆਂ ਨੇ। ਅਵੇਅਰਨੈਸ ਪੈਦਾ ਕਰਨ ਦੇ ਲਈ ਹਰ ਕਮਿਊਨਿਟੀ ਦੇ ਵਿੱਚ ਇਸ ਦੀ ਅਵੇਅਰਨੈਸ ਪੈਦਾ ਕਰਨ ਦੇ ਲਈ ਇੱਕ ਇਵੈਂਟ, ਇੱਕ ਵਾਕ ਦਾ ਅਰੇਂਜ ਕੀਤਾ ਗਿਆ। ਵਾਕ ਟੂ ਰੀਚ ਕਰੋ, ਦੱਸੋ ਇੱਕ ਦੂਜੇ ਨੂੰ। ਸੋ ਕੀ ਹੈ ਇਹ ਇਵੈਂਟ, ਕਦੋਂ ਹੋਣ ਜਾ ਰਿਹਾ? ਇਹਦੀ ਇਨਫੋਰਮੇਸ਼ਨ ਦੇ ਲਈ ਜਗਤਾਰ ਧਾਲੀਵਾਲ JD ਡਾਇਰੈਕਟਰ ਨੇ ਪਿਕਸ ਦੇ, ਉਹ ਵੀ ਇੱਥੇ ਸਾਡੇ ਨਾਲ ਨੇ। ਲਿਲੀ ਨੇ ਜੋ ਕਿ ਇੱਥੇ ਪ੍ਰੋਗਰਾਮ ਕੋਆਰਡੀਨੇਟਰ, ਪ੍ਰੋਗਰਾਮ ਮੈਨੇਜਰ ਨੇ। ਕੈਥਰੀਨ ਇਵੈਂਟ ਕੋਆਰਡੀਨੇਟਰ ਨੇ। ਆਓ ਇਹਨਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਇਹ ਵਾਕ ਕਦੋਂ ਹੋ ਰਹੀ ਹੈ ਅਤੇ ਕਦੋਂ ਹੋ ਰਹੀ ਹੈ। ਵੈਲਕਮ ਆਲ ਆਫ ਯੂ। ਥੈਂਕ ਯੂ। ਸੋ ਆਈ ਵਿਲ ਸਟਾਰਟ ਫਰੋਮ JD। ਮਿਸਟਰ JD, ਸਾਨੂੰ ਇਹ ਦੱਸੋ ਕਿ ਪਿਕਸ ਜਿਹੜਾ ਹੈ ਕਦੋਂ ਸ਼ੁਰੂ ਹੋਇਆ ਸੀ, ਕੀ ਥਾਟ ਲੈ ਕੇ ਚੱਲੇ ਸੀ, ਕੀ ਹੈ ਪਿਕਸ? ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰਿਆਂ ਨੂੰ ਜੀ। ਮੇਰਾ ਨਾਮ ਜਿਵੇਂ ਦੱਸਿਆ ਰਹੇ ਨੇ JD ਕਹਿੰਦੇ ਆ, ਪਰ ਜਗਤਾਰ ਧਾਲੀਵਾਲ ਵੀ ਹੈਗਾ ਨਾਮ ਜੀ, ਤੁਸੀਂ ਜਿਹੜਾ ਮਰਜ਼ੀ ਬੁਲਾ ਸਕਦੇ ਹੋ। ਤੋ ਪਿਕਸ ਸਟਾਰਟ ਹੋਇਆ ਸੀਗਾ ਜੀ 1987 ਦੇ ਵਿੱਚ। ਅਸੀਂ ਵੀ ਆਰ 33 ਈਅਰਸ ਯੰਗ ਐਂਡ ਸਟਾਰਟ ਹੋਇਆ ਸੀ ਐਕਚੁਅਲੀ ਜੀ ਇਹ ਫਾਰਮ ਵਰਕਰ ਤੋਂ। Okay. At that time, farm worker having a lot of problems, the employment and other stuff, and discrimination was on top. So we started from there, and slowly we moved towards other stuff like ਜਿਵੇਂ employment ਹੋ ਗਿਆ, employment ਤੋਂ ਫਿਰ ਅਸੀਂ employment ਨੂੰ youth employment ਹੋ ਗਈ, ਫਿਰ seniors ਹੋ ਗਏ ਤੇ ਨਾਲ ਦੀ ਨਾਲ ਅਸੀਂ ਜਿਹੜਾ ਸਾਡੇ ਸੀਨੀਅਰ ਪ੍ਰੋਗਰਾਮ ਵੀ ਚੱਲ ਰਹੇ ਆ ਪਿਕਸ ਦੇ ਵਿੱਚ। ਸਾਡੇ ਕੋਲ ਇੱਕ ਇੰਡੀਪੈਂਡੈਂਟ ਲਿਵਿੰਗ ਹੈਗੀ ਆ। ਉਹ ਇੰਡੀਪੈਂਡੈਂਟ ਲਿਵਿੰਗ ਦਾ ਮੀਨਸ ਇਹ ਆ ਵੀ ਤੁਹਾਨੂੰ ਲਾਈਕ ਸੇ ਮੈਂ ਇੰਡੀਪੈਂਡੈਂਟ ਲਿਵਿੰਗ ਜਾਣਾ ਜੀ ਤੇ ਮੈਨੂੰ ਕੁਛ ਨਹੀਂ ਹੋਇਆ, ਸਭ ਕੁਝ ਮੇਰੇ ਹੱਥ ਪੈਰ ਚੱਲਦੇ ਨੇ ਤੇ ਪਰ ਮੇਰੇ ਜਿਹੜੇ ਬੱਚੇ ਆ ਉਹ ਕਹਿੰਦੇ ਆ ਡੈਡ ਮੂਵ ਆਊਟ, ਵੀ ਡੋਂਟ ਲਾਈਕ ਯੂ, ਔਰ ਮੈਂ ਆਪਦੇ ਬੱਚਿਆਂ ਨੂੰ ਨਹੀਂ ਲਾਈਕ ਕਰਦਾ ਤੇ ਮੈਨੂੰ ਜਾਣਾ ਪੈਣਾ ਉੱਥੇ। ਸੋ ਨਥਿੰਗ ਰੋਂਗ ਵਿਦ ਮੀ, ਬਟ ਮਾਈ ਬੱਚੇ ਡੋਂਟ ਲਾਈਕ ਮੀ ਔਰ ਆਈ ਡੋਂਟ ਲਾਈਕ ਮਾਈ ਬੱਚੇ, ਸੋ ਆਈ ਹੈਵ ਟੂ ਮੂਵ ਆਊਟ। ਆਈ ਵਾਂਟ ਟੂ ਹੈਵ ਇੰਡੀਪੈਂਡੈਂਟ ਲਾਈਫ, ਦੈਟਸ ਵਾਈ ਉਹਦਾ ਨਾਂ ਹੀ ਇੰਡੀਪੈਂਡੈਂਟ ਰੱਖਿਆ ਸੀ ਜੀ। ਤੇ ਉਹਦੇ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਸਾਨੂੰ ਮੈਂ ਤੇ ਮਿਸਟਰ ਗਿੱਲ ਰੇਡੀਓ 'ਤੇ ਜਾਂਦੇ ਹੁੰਦੇ ਸੀ ਉਦੋਂ, ਨਾਲ ਹੋਰ ਵੀ ਸੱਜਣ ਸਰਵੀਰ ਹੋਣੀ ਸੀਗੇ ਤੇ ਪਰ ਸਾਨੂੰ ਲੋਕ ਕਹਿੰਦੇ ਹੁੰਦੇ ਸੀ ਤੁਸੀਂ ਕਿਉਂ ਬਜ਼ੁਰਗਾਂ ਨੂੰ ਖਰਾਬ ਕਰਦੇ ਹੋ ਜੀ। ਸੋ ਐਕਚੁਅਲੀ ਗੱਲ ਇਹ ਸੀ ਕਿ ਬਜ਼ੁਰਗਾਂ ਨੂੰ ਪੈਨਸ਼ਨ ਆਉਂਦੀ ਸੀ, ਉਹ ਪੈਨਸ਼ਨ ਲੈਂਦੇ ਸੀ, ਉਹ ਕਹਿੰਦੇ ਜੇ ਬਾਹਰ ਚਲੇ ਗਏ ਉਹਨਾਂ ਨੂੰ ਪੈਨਸ਼ਨ ਆਪਦੇ ਆਪ ਲਿਖਣ ਲੱਗ ਜਾਣਗੇ। ਸੋ ਅਸੀਂ ਉਦੋਂ ਸਟਾਰਟ ਕੀਤਾ ਤੇ ਲੋਕ ਇਸ ਤਰ੍ਹਾਂ ਬੋਲਦੇ ਸੀਗੇ, ਸਾਨੂੰ ਤਾਨੇ ਮਾਰਦੇ ਸੀ। ਪਰ ਹੁਣ ਸਾਡੇ ਕੋਲ ਇਹ ਅਸਿਸਟੈਂਟ ਇੰਡੀਪੈਂਡੈਂਟ ਲਿਵਿੰਗ ਦੇ ਵਿੱਚ 1500
ਬੰਦੇ ਦੀ ਵੇਟਿੰਗ ਲਾਈਨ ਆ ਅਰੇ ਵਾਹ। 1500 ਪੀਪਲ ਵਾਓ। ਵੀ ਡੋਂਟ ਹੈਵ ਇਨਫ ਰੂਮਸ ਸੋ ਫਿਰ ਅਸੀਂ ਉਦੋਂ ਬਾਅਦ ਕੀਤਾ ਜੀ ਅਸਿਸਟੈਂਟ ਲਿਵਿੰਗ ਦੇ ਵਿੱਚ ਕੀ ਆ ਵੀ ਸਪੋਜ਼ ਮੈਂ ਹੱਥ ਮੇਰੇ ਕੰਮ ਦੇ ਮੈਂ ਬਟਨ ਨਹੀਂ ਲਾ ਸਕਦਾ ਜਾਂ ਮੈਂ ਸਵਾਰ ਕੇ ਤੁਰ ਨਹੀਂ ਸਕਦਾ ਔਰ ਮੈਨੂੰ ਉੱਠ ਕੇ ਦਵਾਈ ਲੈਣੀ ਔਖੀ ਆ ਜੀ, ਤੇ ਉਹਦੇ ਵਿੱਚ ਜਿਹੜੀ ਪਹਿਲੀ ਇੰਡੀਪੈਂਡੈਂਟ ਲਿਵਿੰਗ ਆ ਉਹਦੇ ਵਿੱਚ ਅਸੀਂ ਲੈਂਦੇ ਆ ਜੀ 30%। ਜੀ। ਸਪੋਜ਼ ਇੱਕ ਵਾਰ ਆਦਮੀ ਉਹਦੀ ਪੈਨਸ਼ਨ ਦਾ 1000 ਰੁਪਏ ਡਾਲਰ ਲੈ ਰਿਹਾ ਤਾਂ 330 ਡਾਲਰ ਵਿੱਚ ਤੁਸੀਂ ਫੁੱਲੀ ਫਰਨਿਸ਼ਡ ਅਪਾਰਟਮੈਂਟ ਲੈ ਲੈਂਦੇ ਆ ਓਕੇ। fully furnished with your own TV, own living room, kitchen, ਥੋੜੀ laundry ਵਿੱਚ everything ਜੀ, ਜੀ। fully furnished so ਉਹ ਹੋ ਗਿਆ ਜੀ ਇਹ ਆਪਣਾ independent living assisted living ਵਿੱਚ what we do we have nothing to do with it, it's ਜੀ। only Fraser Health and your doctor ਜੀ ਜੀ। and your manager from there so they will discuss and you tell them I want to go to PICS. Why? Because I can speak my own language, own food, whatever. So then they will send to us through Fraser Health ਓਕੇ। and the cost is 70%. If you are making $1,000 again, your cost will be 700, and your room and board everything free. ਓਕੇ। They will cut your nail, they will do your hair, they will do your medicare, pedicure, whatever. Every service Every is available. service. Then we have a library over there, and we celebrate each and everybody's birthday over there. Oh, Even nice. if I didn't celebrate my mom or dad's birthday, but we do over there. Over there, Over nice. there. So we have experienced that when people come. Many times we have seen people coming on a wheelchair. ਓਕੇ। So after 3-4 months, they are so happy. They are just into it, and they throw away their wheelchair. They are saying, "I want to do volunteer work. What can I do for you?" Oh, nice. It happens, Oh, right? nice. So it is so successful, and people are very happy. Then we have a daycare over there too. Okay. So some people want to come there just for 1 or 2 hours. They feel depressed at home. They have nothing to do. The kids are working, and the handy adult, they come and pick them up from home, and they can come over there, play cards or whatever, discuss, read newspapers, go to library. Then we can leave them back to their house So that's again. for all communities, not for one community. All That's community, intercultural. all community. So as even we serve diversity. So ऐसे है ना जिमें success है ना society like us. So they are also diversity people, but they are mostly Chinese over there. The Chinese people go, but they are still diversity. They serve everybody. Same here, we PICS and PICS. There mostly South Asian people come, but it's open for everybody, right? So there are mainstream city like us there too. So again, so over there after assisted living, we thought. So there is another need after assisted living. Doctor telling me or anybody, my mom and dad, I'm sorry, you have 2 years to live. अरे वाह। After that, where we will go? If we'll go to hospital or any other facility like hospital, over there, like say they don't understand my language, I want a semia, and they will give me rice pudding. Rice pudding. Right? Yes. So I want mungiri dal, they will give me a vegetable or something like And that. vegetable so they soup or don't something. understand my language. When in South Asian people, they ask for a juice. My juice means is orange juice, not apple juice. Yes. If they will give me apple juice, they will say, "What is this?" Right? So not their own language, Yes. not their own food. True. So we did the survey on that when we started that, and the survey came to that if doctor tells you you have a life for 3 years, but if you will live in a facility like this, as we say, Guru Nanak Diversity Village, Your age will grow. you will gain at least, like say, according to doctors, there will be add new years to your life. It could be 2 years, could be 4 years. So instead of doctor saying 2 years, maybe you will live 4 years or 5 years. But if you are not having your food, if you are Yes. not having your language, maybe yes. you will go in a year. Yes. Even doctor said 2 years. Yes, yes. So it's yes, that. Definitely. So we are building that diversity village. The Guru Nanak Diversity Guru Nanak Village. Diversity Village. Yes. And government gave us $53 million. Wow. And we have to get from the community 5 million because we always say it's a community project. It's a community Yes. project. Yes. So government is saying, let's see what your community does. So they ask us to 5 million, get 5 million. We already collected $1 million so far. Okay. We did one radiothon. So now with the help of you guys, we are going to do a telethon too and a radiothon. So we have 2 more years to go. So Okay. we have to get $4 million. $4 million again. Then Okay. we are in a process of with the city hall. Our negotiations are done with the VC Housing and Fraser Health and government. So we are with the city hall now. We are looking for a development permit. Okay. So this is in process. Hopefully we'll get it soon. After the development permit, there will be a permit. There will be a building permit. Once we got the building permit, hopefully we will get it by March. So hopefully we will dig out the ground by March or Nice. in summer. Nice. Next And year. how many beds will be there? There are 125 beds. Oh, nice. It's just like a hospital. Just like a hospital. Okay. So that's
for the seniors. Yes. Now come to the employment side on where we are sitting right now. Yes. Senior housing is on the other side. Other side, yes. In the employment, we have lot of program for youth. Yes. From 15 years old to 29 years old. Mm-hmm. And we have lot of skilled program, and Lily will explain you more on that. Yes, for sure. So then Kathy is also for the youth working on that side. Then after youth, then we have program for the seniors again. Mm-hmm. So we have a employment program, settlement program, plus others. In the seniors employment, we have a Yes. one program. It was 45 plus before. Now it's 55 plus. We like somebody needs a class 4 license. We will give it free. Okay. Totally free, zip, Okay. zero. Okay. No cost. So after getting a class 4 license, you can drive a taxi, you can drive a Uber or whatever left, or limousine, or a handy dart, or a bus, or a labor bus. There are so much money to be make. And when you are 55, you want to make extra money, get to class 4, and you're on your way. yes, Right? yes, that's good. It's not for the seniors. ਇਹ ਕਹਿ ਸਕਦੇ ਹਾਂ ਕਿ ਸਾਰਿਆਂ ਦੇ ਲਈ ਹੈ. ਹਾਂਜੀ. It's for the youth, for the olders and seniors. ਸਾਰਿਆਂ ਦੇ ਲਈ ਹੈਗੇ ਆ ਪ੍ਰੋਗਰਾਮ. ਸੋ ਜਿਵੇਂ ਤੁਸੀਂ ਕਿਹਾ ਜ਼ੀਰੋ ਕਾਸਟ ਹੈਗੀ ਹੈ. ਬਹੁਤ ਸਾਰੇ ਇਵੈਂਟ ਜਿਹੜੇ ਇਨਵੋਲਵ ਹੈਗੇ ਆ. ਪਰ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਵੈਂਟ ਦੀ ਗੱਲ ਕਰ ਰਹੇ ਹਾਂ, ਵਾਕ ਦੀ ਗੱਲ ਕਰ Now I am coming to this again. Yes. So this walk is going to happen on 19th of August. And say for drug and gang free. Before we were saying our first slogan was drug and gang free Surrey. Yes. So now everybody is asking us, why don't you come to Delta, come Yes. to Langley, come to Cloverdale? Because So it's not a Surrey's issue. no It's issues boundaries everywhere. now. Yeah. There's no boundaries. Yeah. So now we are saying drug and gang free communities, Yes, not only Surrey. Not Surrey. Yes. So more Lily will explain or Kathy will explain about the walk or a rally. Yes. And please come over on that day, August 19th. You guys will be there. Yes, With for your sure. big We will be van, with there. your big truck. Yes, we'll And be the whole there staff will be definitely. there. Definitely. Thank you very much. Thank you And- so much for the information about PICS. So coming over to you, Lily. So Lily, welcome first of all. Tell us about yourself and your journey with PICS. Thank you, Raj. Thank you so much for giving us this platform. And welcome to FII Media, their team at PICS. So हाँ आज हम इस वॉक के बारे में बात करना चाह Yes. रहे हैं. मैं पहले तो इस नाम को हाईलाइट करना चाहती हूँ, रीच. ये रीच नाम हमने क्यों दिया है? So in our community, definitely this is existing. Yes. Drug and gang violence has been existing for a long time now, Yes. and we all are seeing that. But is the realization happening or not? So we need to realize this issue is there, and we have to highlight, we have to raise awareness. Because of the COVID, because of that pandemic, that drug addiction and everything, the drugs, everything is on worst side. Yes, I totally agree. And we have to work on that as a Yes. community, as a community partners. So tell us about the reach and the walk and everything. Yes. So when I was just like mainly pressurizing on the name, why we put the name realize. So reach, sorry. So definitely we have to realize the issue. What Yes. are the issues happening? We have to educate people. Yes. Because people are not aware, and even if they're aware, they don't know, it's still a taboo. So they have to understand, they have to be educated. Then we have to accept, yes, the problem is there, its existence, and it's good to talk about that. We have to accept it. The issues are happening, right? We cannot overlook that. Yes. एक्सेप्टेंस बहुत ज़्यादा ज़रूरी है कि अगर है इशू उसको हमें एक्सेप्ट करना है, उसको लेके चलना है, उसके बारे में हमें सोचना है, उसके लिए हमें सॉल्यूशंस ढूंढने हैं. Yes, एक्सेप्ट of course. देन डेफिनेटली कम्युनिकेशन, बिकॉज यही प्रॉब्लम है कि हमारी कम्युनिटी में दैट्स अ टैबू. Yes. पीपल डोंट वांट टू टॉक अबाउट दैट. लोग आके बात नहीं करना चाहते हैं, अपने आप पे हम लोग घुटते रहते हैं. उसको रियलाइज़ करेंगे लेकिन सोच के आगे नहीं, एक्सेप्ट करके आगे नहीं बढ़ेंगे. बिल्कुल. सो कम्युनिकेशन इज़ द बिगर पीस, एंड डेफिनेटली हेल्प इज़ अवेलेबल. Just reach out. That's the whole message out there. कि reach करो, and this is for all our communities. So this event is happening on August 19th. So it's gonna be starting with a car rally. So the car rally will start from PICS's head office where we are sitting today. What time it will start? It will start at 9 a.m. Okay, in the morning. Yes, in the morning we'll start from here, and the whole agenda behind this is to raise awareness. Yes. And later Kathleen will talk that what we want to raise awareness Yes, for. yes, Right. yes. So we're going to reach out first
first stopover will be City Hall, and there are different stopovers where we are going to go around, और finally इन stopovers में होते हुए हमारा final destination होगा Bear Creek Park. And why Bear Creek Park? Because that's where we are going to spread out all the resources available. Okay. So there are other partner organizations, they are joining us there, like Crime Stoppers, RCMP, Options. They all have different kind of youth programs. City of Surrey, they have a SAFE program, which is a really good initiative. It's called Surrey Anti-Gang Family Empowerment Program. So they are gonna be there. They will be Yes. talking about different programs. वो जो resources हैं हमारे पास community में, उसके बारे में बात करेंगे. तो वहाँ पे जो booths available होंगे सुबह 10 बजे से लेके 3 बजे तक available होंगे. So car rally finish होगी वहाँ जाके around 1:30-2 बजे तक So हम लोग anybody can पहुँचेंगे. participate? Anybody can, everybody, the whole community is invited for this. And I'll say everybody should participate because ये हमारा cause है. हम लोग मिलके ही कर सकते हैं. And as you said, young lives matter. They are our future. If we don't protect them now, there's no future for us. So this is the time we have to raise voice together. And we talked with the volunteers as well. So Yes. उन्होंने हमें बताया कि वो भी इनमें involved में. How many volunteers you have? How many young people are involved in this event? Okay, so when we talk about volunteers, we have summer interns. There are over 30 summer interns. They are coming with us. Okay. They are actually, and I will say, this program is by the youth for the youth. Okay. So they have been participating in organizing the event. They're helping me and Kathleen a lot for coordinating this whole event, and they are really like working a lot on social media, like sending out the messages. So as I said, like there are like around over 30 summer interns we have. We are running a lot of youth programs right now. So I can say on top of my head, it's around like PICS have over 30 or 35 employment programs. Out of that, I think 20 of them or 25 of them are youth focused. Very well. So all the participants, they're aware of the event. They are invited for the event too. If more volunteers want to join, they can. Of course, there are more. We are always allowing people to come join, and volunteering is always a good cause. It's always a good option for gain experience and participate as well, right? And be engaged. So if you want to volunteer with PICS, you can call us at 604-596-7722, or you can go and register yourself as a volunteer in our website. It's www.pics.bc.ca. So volunteer जब करते हैं तो हाँ जी. वो उनके कोई requirements होती हैं और कोई उन फॉर्म भरना पड़ता है, क्या requirements होती So requirement, आप पहले call करेंगे, you have to register yourself with Okay. us. So once you register, they will tell you the further steps. Because अलग-अलग programs के अलग-अलग requirements होती हैं. If they want to join a youth program as a volunteer, then they can just call us. We want to see if the client or participant is fit to be volunteering for the particular program, because they can help us in like developing different kind of events, organizing events with us. They can go out and do outreach for us, marketing for us. They can do some admin work. So there are a lot of volunteer opportunities we have. So this event, you have the first one organizing by yourself, or is that your like second, third, or is that your first? Tell us about that event. So I'm going to pass on this mic to Kathleen, because she has been helping me throughout organizing these kind of events. It's third in a row. Kathleen will give you more details. Hi Kathleen. First of all, tell us about yourself and journey with PICS. So I've been with PICS since October 2018. Okay. And I, That's a long time. I was working with the Social Innovation Youth Employment Program, and also working with PICS Event Management, and we organize things like the job fair, and we do things for International Day Against Racism and Discrimination. Oh, okay. We've done all kinds of events, and we get the youth involved because they want to be. And what kind of response you got from that kind of events? So we've been doing 2 job fairs a year and getting employers from all over the lower mainland who need to hire people. And they're huge events. We get like thousands of people who are looking for work come to them. And from that, we've moved into doing our walk for drug and gang-free communities. Our first one was in 2019, and we did a walk from City Hall to Holland Park. And then last year we went virtual, and our theme was hope.
last year. Okay. And we did a live day on Facebook where all the community resources came in and talked and shared. And now this year, we're doing a car rally and a walk. So we're getting bigger and expanding. That's good. More organizing. And more people are joining, more communities are joining, More I can say. communities are getting involved. So it's really growing, and it's important for the community to get behind projects like this, because this is for them, okay? And, you know, PIX isn't getting money out of this. We're not making money Yes. off of this. Yes. We're putting this out there for the community to reach out to them so that they can get educated and they can find hope for people who are looking for hope. It's for families, it's for youth, it's for everybody. Catherine, what kind of questions being asked while you were organizing these kind of events? A lot of people out there don't understand. Yes. Okay? Yes. So I think it's important for us to talk to our community leaders and find out things like, how do we stop the flow of illicit drugs coming into our communities? How do we educate the public about illicit drugs and how bad they are? Yes. Because since COVID came, the opiate drugs are getting worse and Worse, worse. yes, true. Okay, they're because the supply from the States or from overseas isn't coming in, they're taking what they have and they're cutting them and adding things, cutting them and adding things. And it makes them more toxic and more lethal. And people who take drugs need to understand what they're putting in their body might hurt them even more than it has been in the past. When all these gun shootings started Yes. a few months back, you'd watch the morning news and they'd have these pictures of gang members up on the TV saying, watch out for these guys, Yes. be careful. Yes. The community doesn't understand why they haven't been arrested. Yes. And when they get arrested, why a week later they're back out on the streets. So is there a disconnect between the police and the courts, and what's going on there, and how do we as community members help? Yes. Help with that. That's true. Okay. It's not about blame. It's about, as Lily said, accepting that this is happening and trying to figure out everybody, community leaders and members, how we can solve that. Yes. Right? Try to solve everything. Try to see the root of that cause so that we can solve that matter. Because if we don't know, if we don't talk about that kind of thing, that won't solve. That will be an unsolved mystery. Yeah. So about this event, if we will talk about this walk, so what kind of stalls we will see on this event? So the RCMP will be there. PIX will be there, and like Lily was saying, we have a lot of employment programs for youth. So if the youth are working, they're involved, they're bringing money in, chances are they're not going to turn to another type of life, okay? So, and they learn about themselves. It's not just here, we're going to put you in a job. We're going to teach them how to have self-confidence and self-worth and be independent, strong adults and contribute to their community. And all these activities help with that. Options, we're going to have some local colleges, Western Community College, ACE Trades, Heritage College, and Acadia College. Okay. Yeah, because they are directly working with the youth so that they can provide information to them as well, and they are participating as well. So is there any speakers or they're speaking or their lecture or their experience giving to the community over there as well in the Bear Creek Park? Yes, so when we talk about speakers, yes, we have number of speakers. So we'll be having speaker from Fraser Health. They'll be Okay. directly talking about how the counseling is working, what kind of clients they're receiving, why it's happening. So they're going to highlight, and they have like lot of resources available. So वो उसके बारे में बात करेंगे. फिर हमारे पास RCMP के speaker हैं. So there is an end gang enforcement unit. They're going to talk about like what kind of resources available with them.
देन जितने भी हमारे पार्टनर ऑर्गेनाइजेशंस हैं बिकॉज उनके सबके पास यूथ प्रोग्राम्स हैं That's true. एंड जैसे हमारा इवन वन ऑफ द स्कूल इज पार्टिसिपेटिंग टू सो दैट्स अ पार्टनर एज वेल दैट्स वन ऑफ आवर स्टॉप ओवर टू आई एम श्योर यू आर अवेयर फॉर लाइक LA Matheson Secondary School. Yes. So their team and their volunteers, they're also participating for That's the nice. event. So these will be our speakers for the event. और it's going to be open stage because हम लोग चाहते हैं लोग आए बात करें And इस then बारे share में their experience as well. exactly कि even like there are many people who overcame that. How did they overcome? What are the resources Yes. they used, Yes. right? So Yes. we want to highlight those things too. I know like we are going, I'm just going to share some more statistics with you because those are really, really very strong stats. Sure. And they actually shook me. So when I read, and I'm going to read that out to you. So it says demographics shows that children as young as 13 are being lured into entering gangs. You know, I'm a mother of 2 young people. So my question is, are our schools safe? Yes. So that's my the question to big my question. community. That's a big question. Yes. So I was surprised with that fact. I said, this is happening. On top, you know, there's a statistics. In total, 1,716 people died due to illicit drugs in Yes. BC. Yes. And Yes. this Only in is BC. Only and in how BC I'm scary will talking be about. Canada's numbers. Yes. Just think about that. Exactly. So these are some scary statistics which I want to highlight. And you know, I think I would like to request all the community members to come because Just this come is our out. voice. Just come out. Exactly. We need to talk about that. Because मैं जब यहाँ आई थी मुझे पता है I was so scared being a part of Surrey कि 2 young बच्चों के साथ 2 teenagers के साथ how I'm going to manage. Yes. So that was a big issue for me. Yes. And I think these kind of events should be regularly happening to raise more awareness, to share available resources. And at the end, what will be your message, Catherine? Can you pass over the mic to the Catherine? Catherine, what will be the message to the community so that they can join that walk? I think the message is we need to be active in our Yes. community. We need to be involved. Yes. And if you start by coming out on a sunny Thursday afternoon and walk around the park and show your support Yes. for something as important as this, Yes. it's your first little step Yes. to getting involved in that community and making a difference. Because if we all reach out, it'll all be healthier and safer for everybody. Thank you so much. Thank you for your time and doing that event. Thank you so much. And what are you going to say at the end? So again, I would like to invite everybody, the whole community, and it's not just Surrey, Lower Mainland, everybody just come join us. This is our event. So on August 19th, I would like to see all of you at Bear Creek Park. The event is going to happen from 10 a.m. to 3 p.m. Join us. For us, it's again the hashtag Young Lives Matter. Save our future. Thank you so much. Thank you both of you. Thanks, ਸੋ ਜਿੱਦਾਂ ਇਹਨਾਂ ਨੇ ਕਿਹਾ ਕਿ ਇਵੈਂਟ ਹੋ ਰਿਹਾ ਵਾਕ ਹੋ ਰਹੀ ਹੈ ਅਗਸਟ ਦੀ 19th ਨੂੰ ਥਰਸਡੇ ਦਾ ਦਿਨ ਬਣਦਾ ਉਸ ਦਿਨ ਸਵੇਰੇ 9 ਵਜੇ ਤੋਂ ਇੱਥੋਂ ਸਟਾਰਟ ਹੋਣੀ ਹੈ ਤੇ ਉਸ ਤੋਂ ਬਾਅਦ ਜਾਣੀ ਹੈ ਬੀਅਰ ਕ੍ਰੀਕ ਪਾਰਕ 3 ਵਜੇ ਤੱਕ ਇਵੈਂਟ ਹੈਗਾ ਸਪੀਕਰਸ ਵੀ ਹੋਣਗੇ ਉੱਤੇ ਸਟਾਲਸ ਵੀ ਹੋਣਗੇ ਬਹੁਤ ਸਾਰੇ ਹੋਰ ਲੋਕ ਵੀ ਹੋਣਗੇ ਜਿੱਥੇ ਅਵੇਅਰਨੈਸ ਹੋਏਗੀ ਯੂਥ ਦੇ ਬਾਰੇ ਯੰਗਸਟਰਸ ਦੇ ਬਾਰੇ ਡਰੱਗਸ ਦੇ ਬਾਰੇ ਕਿਸ ਤਰ੍ਹਾਂ ਬਚਿਆ ਜਾਵੇ ਤਾਂ ਕਿ ਗੈਂਗ ਵਾਇਲੈਂਸ ਦੇ ਨੱਥ ਪਾਈ ਜਾ ਸਕੇ ਸਭ ਤੋਂ ਵੱਡਾ ਇਸ਼ੂ ਸਰੀ ਦੇ ਵਿੱਚ ਬਣਿਆ ਹੋਇਆ ਲੋਅਰ ਮੇਨਲੈਂਡ ਦੇ ਵਿੱਚ ਬਣਿਆ ਹੋਇਆ ਤੇ ਖਾਸ ਕਰਕੇ ਪੂਰੇ ਕੈਨੇਡਾ ਦੀ ਗੱਲ ਵੀ ਕਰ ਲਈਏ ਤਾਂ ਪੂਰੇ ਕੈਨੇਡਾ ਦੇ ਵਿੱਚ ਇਹ ਇਸ਼ੂ ਹੈਗਾ ਜੇ ਅਸੀਂ ਉਹਦੀ ਗੱਲ ਕਰਾਂਗੇ ਤਾਂ ਹੀ ਇਹਨੂੰ ਸੋਲਵ ਕਰ ਸਕਦੇ ਹਾਂ ਸੋ ਜ਼ਰੂਰ ਪਹੁੰਚਣਾ ਤੁਸੀਂ ਪਿਕਸ ਨੇ ਇਨੀਸ਼ੀਏਟਿਵ ਲਿਆ ਪਰ ਪਿਕਸ ਦਾ ਇਨੀਸ਼ੀਏਟਿਵ ਤਾਂ ਹੀ ਪੂਰਾ ਹੋ ਸਕਦਾ ਜੇ ਤੁਸੀਂ ਇਹਨਾਂ ਦੇ ਨਾਲ ਸ਼ਾਮਿਲ ਹੋਵੋਗੇ ਸੋ ਡੂ ਕਮ ਆਊਟ ਤੇ ਇਹਨਾਂ ਦਾ ਹੈਲਪ ਜ਼ਰੂਰ ਕਰੋ ਤੇ ਇਸੇ ਤਰ੍ਹਾਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ ਧੰਨਵਾਦ Realize, educate, accept, communicate, help, reach. जरूरी है पहुंचना बेहद जरूरी है because it's for drug and gang free communities. ਇਹ ਨੌਜਵਾਨਾਂ ਲਈ ਹੈ ਤਾਂ ਕਿ ਜਵਾਨੀਆਂ ਨਸ਼ੇ ਹੇਠ ਨਾ ਦਬ ਜਾਣ ਸਪੋਰਟ ਆਰ ਕਾਰ ਰੈਲੀ ਬਾਈ ਪਿਕਸ योर presence will mark your concern for society ਫਿਕਰ ਕਰਦੇ ਹੋ ਤਾਂ ਪਹੁੰਚੋ ਕਿੱਥੇ ਆਉਣਾ ਤੇ ਕਿੰਨੇ ਵਜੇ details are here #YoungLivesMatter Hi,
Hi, so today we are at PICS and as you all know कि ਇਹ ਰੈਲੀ ਕੰਡਕਟ ਕਰਨ ਜਾ ਰਹੇ ਹਾਂ ਤੇ ਅੱਜ ਸਾਡੇ ਨਾਲ ਹੈ ਬਹੁਤ ਹੀ ਯੰਗ ਐਂਡ ਐਂਥੂਸੀਆਸਟਿਕ ਬੱਚੇ ਜੋ ਕਿ ਸਾਨੂੰ ਦੱਸਣਗੇ ਕਿ ਹਾਊ ਦੇ ਕੰਡਕਟਡ ਦਿਸ ਰੈਲੀ ਐਂਡ ਕਿੱਦਾਂ किस टाइम ये रैली होएगी किस दिन होएगी and what is the main objective of this rally. So today I am with Noor and she's going to tell me like all about this rally. And so Noor, I'm going to ask you a few questions about this. So why did you choose this topic? Well, we chose this topic because for a few years now, there's been increasing drug overdose and just gang conflicts. As you can see in the summer, there were so many cases going on. And we feel like, yeah, we have the police and everyone involved, but we need the youth to be involved. We need them to stick up and actually have a voice over all this stuff because we feel like it's really important. And I feel like it's a time that we take the step instead of just putting this on the police and get the whole community involved as a whole. That's a very great initiative. And I would also like to ask like what all you're gonna include in this rally and how many people are you targeting? Okay, so we've been working on this project. Simran and I have been working on this project since beginning of July. We've done a lot of research. We have stats that will be discussed later on. This thing will be taking place August 19th. So you can join us at Bear Creek from 10 a.m. to 3 p.m. anytime. We'll have speakers after 1:30 if you'd like to join us. So we also have a car rally that's going to be happening. So we can have people join us at stations, which someone will discuss later on. So you don't need any previous registrations or any passes. So they're gonna they can come anytime. Yeah, you can drop by any time. The event's running from 10 a.m. to 3 p.m. at Bear Creek Park. So come join us. There's a walk. There will be booth setups and speakers that will be sharing their stories and much more. Perfect. Now I would like your friend Simran to come over and tell some more information about the rally. So now I am with Simran. So Simran, let's talk more about rally. So it's on August 19th, Bear Creek Park, 10 a.m. to 3 p.m. So can you explain a little more about the activities that gonna take place there? For sure. We'll be having various organizations from the Lower Mainland attend. We want youth and their families to have a chance to get to know about the organizations and resources that are available for youth that are at risk, or if someone knows someone who's going through something, so they can connect with them. By providing these resources that are available, we hope to educate families from earlier on so that they can help their children if they need to. Okay, perfect. So I would just like to ask that this question is coming in my mind. Like, why did you choose rally as a campaign, like not any other means of bringing awareness? Like, why only rally? We know for a fact that there have been many rallies which have occurred in the last year alone. So we think that this is a way in order to engage with youth, engage with members of the media, as well as engage with members of our community so we can get to know them and learn what their stance is on this topic, because this seems to be increasing every single year. When I graduated from high school, it wasn't as bad. It was bad, but it wasn't as much as it is right now. Mm-hmm. So how is your team supporting you and how is PICS supporting you in this rally? So I'm a summer student here at PICS along with my coworkers over here, and we're all working on this project together. Harnoor and I have been part of the lead team with the other executives who work at PICS, so we've been working on it together, doing our statistic research, connecting with organizations, and connecting with youth as much as possible. Perfect. So I would also like you to say to the audience once, like you want them to reach there. So can you say that? For sure. We would love for members of our communities to come together at Bear Creek Park on Thursday, August 19th from 10 a.m. to 3 p.m. to learn more about the resources that are available in your communities. So ਇਹਨਾਂ young ਬੱਚਿਆਂ ਨੂੰ support ਕਰਨ ਲਈ ਤੁਸੀਂ ਵੀ ਆਓ Bear Creek August 19th from 10 a.m. to 3 p.m. and ਇਹਨਾਂ ਦਾ ਸਾਥ ਦਿਓ and ਇਹਨਾਂ ਦੀ ਜਿਹੜੀ ਇੰਨੇ ਦਿਨਾਂ ਤੋਂ ਮਿਹਨਤ ਹੈ ਉਹ ਰੰਗ ਲਾਏ। ਤੁਸੀਂ ਵੀ ਆਓ ਇਹਨਾਂ ਬੱਚਿਆਂ ਦੇ ਨਾਲ ਰੈਲੀ ਜੁਆਇਨ ਕਰੋ। ਉੱਥੇ ਬਹੁਤ ਸਾਰੇ ਇਵੈਂਟਸ ਹੈ, ਬਹੁਤ ਸਾਰੇ ਟੈਂਟਸ ਹੋਣਗੇ, ਬੂਥਸ ਹੋਣਗੇ ਤੁਹਾਨੂੰ ਲਾਈਕ ਆਫਟਰ there are speakers after one, right? ਸੋ ਤੁਸੀਂ ਬਹੁਤ ਸਾਰੀ ਮੋਟੀਵੇਸ਼ਨਲ ਚੀਜ਼ਾਂ ਨੂੰ ਵੀ ਸੁਣ ਸਕਦੇ ਹੋ।
ਜਿਵੇਂ ਤੁਹਾਨੂੰ ਪਤਾ ਕਿ ਅੱਜ ਅਸੀਂ ਪਿਕਸ ਦੇ ਆਏ ਹੋਏ ਹਾਂ, ਡਾਇਰੈਕਟਰਸ ਦੇ ਨਾਲ ਗੱਲਬਾਤ ਹੋ ਰਹੀ ਹੈ। ਵਨ ਆਫ ਦਾ ਡਾਇਰੈਕਟਰ ਮਿਸਟਰ ਰਾਜ ਹੁੰਦਲ ਮੇਰੇ ਨਾਲ ਨੇ, ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਮਿਸਟਰ ਹੁੰਦਲ, ਵੈਲਕਮ। Thank you, Arshdeep, for having me. ਸੋ ਜਿੱਦਾਂ ਅਸੀਂ ਗੱਲ ਕਰ ਰਹੇ ਹੈਗੇ ਆ, ਇਵੈਂਟਸ ਹੋ ਰਹੇ ਹੈਗੇ ਨੇ, ਖਾਸ ਕਰਕੇ ਡਰੱਗਸ ਨੂੰ ਲੈ ਕੇ, ਗੈਂਗਸ ਨੂੰ ਲੈ ਕੇ, ਯੂਥ ਨੂੰ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਪਿਕਸ ਦੇ ਵਿੱਚ ਕੀਤੇ ਜਾਂਦੇ ਨੇ। ਕਿਹੜੇ ਕਿਹੜੇ ਪ੍ਰੋਗਰਾਮ ਨੇ? ਪਿਕਸ ਵਿੱਚ ਕਾਫੀ ਪ੍ਰੋਗਰਾਮ ਚਲਾਉਂਦੇ ਹੈਗੇ ਆ ਜਿਹੜੇ ਕਿ ਫੈਡਰਲੀ ਫੰਡਡ ਹੈਗੇ ਅਤੇ ਪ੍ਰੋਵਿੰਸ਼ੀਅਲੀ ਫੰਡਡ ਵੀ ਹੈਗੇ ਆ। ਜੇ ਆਪਾਂ ਫੈਡਰਲੀ ਫੰਡਡ ਜਿਹੜੇ ਆਪਣੇ ਯੂਥ ਪ੍ਰੋਗਰਾਮ 'ਤੇ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਸਾਡੇ ਕੋਲ ਇੱਕ ਸਕਿੱਲਸ ਲਿੰਕ ਪ੍ਰੋਗਰਾਮ ਹੈਗਾ, ਯੂਥ ਇੰਪਲੋਇਮੈਂਟ ਸਕਿੱਲ ਸਟ੍ਰੈਟਜੀ, ਜਿਹੜੇ ਲੋਕੀ ਆਪਣੇ 15 ਤੋਂ ਲੈ ਕੇ 30 ਸਾਲ ਦੇ ਵਿੱਚ ਹੈਗੇ ਆ, ਦੇ ਕੈਨ ਗੈਟ ਸਪੋਰਟ to get training in any occupation. ਇੱਕ ਉਹ ਪ੍ਰੋਗਰਾਮ ਹੈਗਾ ਸਾਡੇ ਕੋਲ। ਇੱਕ ਸਾਡੇ ਕੋਲ ਹੋਰ ਪ੍ਰੋਗਰਾਮ ਹੈਗਾ ਜੇ ਨਾਲ ਦੇ ਬਿਲਡਿੰਗ 'ਚ ਆਪਾਂ ਚਲਾ ਰਹੇ ਹੈਗੇ ਆ, ਉਹ ਹੈਗਾ ਸਿਸ ਕੋਰਪ, ਸਰੀ ਯੂਥ ਸਰਵਿਸ ਕੋਰਸ ਪ੍ਰੋਜੈਕਟ। ਉਹਦਾ ਮੈਂਡੇਟ ਹੈਗਾ ਆ ਜਿਹੜੇ ਯੂਥ ਆ ਸਕੂਲਾਂ ਦੇ ਵਿੱਚ ਹੈਗੇ ਆ, ਉਹਨਾਂ ਨੂੰ ਹੈਲਪ ਕਰਨਾ ਕਿ ਆਪਾਂ ਵੋਲੰਟੀਅਰ ਓਪਰਚੁਨਿਟੀਜ਼ ਦੇਣੇ ਹੈਗੇ ਆ। ਸੋ ਉਹ ਹੈਗਾ ਸਾਡਾ ਸੈਕੰਡ ਪ੍ਰੋਗਰਾਮ, ਫੈਡਰਲੀ ਫੰਡਡ। ਆਲਸੋ ਆਪਾਂ ਫੋਰਚੂਨੇਟ ਹੈਗੇ ਆ ਕਿ ਵੀ ਆਰ ਪਾਰਟਨਰਸ ਵਿਦ ਦ ਸਿਟੀ ਆਫ ਸਰੀ, ਜਿਹੜਾ ਆਪਣੇ ਸਰੀ ਐਂਟੀ ਗੈਂਗ ਫੈਮਿਲੀ ਐਮਪਾਵਰਮੈਂਟ ਪ੍ਰੋਗਰਾਮ ਹੈਗਾ ਆ। ਉਹ ਸਾਡਾ ਪ੍ਰੋਜੈਕਟ ਚੱਲਦਾ ਹੈਗਾ ਸਿਟੀ ਆਫ ਸਰੀ ਦੇ ਨਾਲ। ਆਪਾਂ 6-7 ਪਾਰਟਨਰਸ ਹੈਗੇ ਆ। ਪਿਕਸ ਇਜ਼ ਵਨ ਆਫ ਦ ਪਾਰਟਨਰਸ ਵਿਦ ਦ ਸਿਟੀ ਆਫ ਸਰੀ ਔਨ ਦੈਟ, ਜਿਹੜੇ ਕਿ ਲੋਕੀ ਗੈਂਗ ਲਾਈਫ ਸਟਾਈਲ ਦੇ ਵਿੱਚ ਇਨਵੋਲਵ ਹੋ ਚੱਲੇ ਆ, that are on the verge of being involved in that type of lifestyle, ਉਹਨਾਂ ਨੂੰ ਉਹਨਾਂ ਵਾਸਤੇ ਇੱਕ ਪ੍ਰੋਗਰਾਮ ਕ੍ਰੀਏਟ ਕੀਤਾ ਹੈਗਾ, ਨਾਟ ਜਸਟ ਫॉर the youth themselves but also the parents as well, ਕਿ ਕਿੱਦਾਂ ਆਪਾਂ ਨੂੰ ਸਪੋਰਟ ਕਰ ਸਕਦੇ ਹੈਗੇ ਆ, ਕਾਉਂਸਲ ਕਰ ਸਕਦੇ ਹੈਗੇ ਆ to stay away from that lifestyle as best as possible. ਉਹ ਪ੍ਰੋਗਰਾਮ ਸਾਡਾ ਚੱਲਦਾ ਹੈਗਾ ਸਿਟੀ ਆਫ ਸਰੀ ਦੇ ਨਾਲ for the past 2.5 years now roughly. That's federally funded by Public Safety Canada. ਜੇ ਆਪਾਂ ਪ੍ਰੋਵਿੰਸ਼ੀਅਲੀ ਗੱਲ ਕਰਦੇ ਹੈਗੇ ਆ, ਸਾਡੇ ਕੋਲ ਪ੍ਰੋਗਰਾਮਸ ਹੈਗੇ ਆ ਅੰਡਰ ਦ ਮਿਨਿਸਟਰੀ ਐਡਵਾਂਸਡ ਐਜੂਕੇਸ਼ਨ ਐਂਡ ਸਕਿੱਲਸ ਟ੍ਰੇਨਿੰਗ। ਟ੍ਰੇਡਸ ਪ੍ਰੋਗਰਾਮ ਜਿਹੜੇ ਕਿ ਯੂਥ ਹੈਗੇ ਆ ਟ੍ਰੇਡਸ ਵਿੱਚ ਇਨਵੋਲਵ ਹੋਣਾ ਚਾਹੁੰਦੇ ਹੈਗੇ ਆ। youth in technical occupations program ਵੀ ਹੈਗਾ, provincially funded ਹੈਗਾ ਸਾਡੇ ਵਾਸਤੇ। youth entrepreneurship ਵੀ program ਹੈਗਾ ਸਾਡੇ ਕੋਲ, ਜਿਹੜੇ ਕਿ youth who want to go into and become self-employed। ਤੇ ਨਾਲ we also do receive funding from the Royal Bank of Canada as well, to assist youth to help find them jobs. So ਇਹ ਕਾਫੀ ਸਾਡੇ programs ਹੈਗੇ ਆ। ਉਹਦੇ ਨਾਲ because ਸਾਡੀ ਕਾਫੀ ਇਨਵੋਲਵਮੈਂਟ ਹੈਗੀ ਹੈ ਯੂਥ ਕਮਿਊਨਿਟੀ ਦੇ ਨਾਲ, ਨਾਟ ਜਸਟ ਇਨ ਸਰੀ ਪਰ ਆਪਾਂ ਜੇ ਮੈਟਰੋ ਵੈਂਕੂਵਰ ਅਕ੍ਰੋਸ ਦ ਬੋਰਡ ਆਪਾਂ ਦੇਖੀਏ, there was a need and there is a continuing need to not just provide more programming for youth, but on top of that to highlight issues that are really affecting our community. And obviously ਜਿਹੜਾ drugs ਹੈ ਤੇ gangs ਹੈਗਾ ਆ issue that is affecting the entire community. ਜਦੋਂ ਮੈਂ ਆਪਣੀ entire community ਦੀ ਗੱਲ ਕਰਦਾ, I mean that entirely. It's not just the South Asian community, it's not just the Chinese community, it is affecting everyone. ਤੇ ਹੁਣ ਜਿਹੜਾ ਆਪਾਂ ਕਰਨ ਲੱਗੇ ਹੈਗੇ ਆ next week ਆ ਜਿਹੜਾ event ਹੈਗਾ ਆ, ਉਹਦੇ ਵਿੱਚ ਆਪਣੇ ਕਾਫੀ already support ਆ ਰਹੀ ਹੈਗੀ ਹੈ ਸਾਡੇ community ਵੱਲੋਂ। ਇਹ ਸਾਡਾ 3rd year ਆਪਾਂ ਕਰ ਰਹੇ ਹੈਗੇ ਆ, and unfortunately last year COVID ਕਰਕੇ cancel ਤਾਂ ਨਹੀਂ ਕੀਤਾ ਹੈਗਾ, it was done online. At King, we're really fortunate that we have the opportunity of doing it in person and raising the issue that much, raising awareness of the issue that much more now. ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਮੈਂ ਦੇਖ ਸਕਦੀ ਹਾਂ ਕਿ ਇੱਥੇ ਬਹੁਤ ਸਾਰੇ ਡਾਇਵਰਸਿਟੀ ਦੇ ਪ੍ਰੋਗਰਾਮ ਵੀ ਹੈਗੇ ਆ, ਵੋਲੰਟੀਅਰ ਪ੍ਰੋਗਰਾਮ ਵੀ ਹੈਗੇ ਆ, ਸਪੈਸ਼ਲ ਪ੍ਰੋਗਰਾਮ ਵੀ ਹੈਗੇ ਆ। ਅਸੀਂ ਅੱਜ ਯੂਥ ਦੀ ਗੱਲ ਕਰ ਰਹੇ ਹਾਂ। ਜ਼ਰੂਰੀ ਹੈ ਯੂਥ ਦੇ ਉੱਤੇ ਕੰਮ ਕਰਨਾ, ਯੂਥ ਦੇ ਲਈ ਪ੍ਰੋਗਰਾਮ ਤਿਆਰ ਕਰਨ ਦੇ ਵਿੱਚ ਵੀ ਟਾਈਮ ਲੱਗਦਾ ਆ, ਉਹਦੇ ਉੱਤੇ ਵੀ ਟਾਈਮ ਸਪੈਂਡ ਹੁੰਦਾ ਆ, ਵੋਲੰਟੀਅਰਸ ਦੇ ਲਈ ਵੀ ਕੰਮ ਹੁੰਦਾ ਆ। ਸੋ ਇਹ ਸਾਰਾ ਕੁਝ ਤੁਸੀਂ ਕਿਹਾ ਕਿ ਸਰਕਾਰ ਵੀ ਮਦਦ ਕਰ ਰਹੀ ਹੈਗੀ ਆ। ਜਦੋਂ ਇਹ ਪ੍ਰੋਗਰਾਮ ਹੁੰਦੇ ਆ, ਇਜ਼ ਦੇयर ਐਨੀ ਕਾਸਟ ਫॉर ਦ ਪ੍ਰੋਗਰਾਮਸ ਐਜ਼ ਵੈਲ? Great question, Arshdeep ਜੀ। ਇਹ ਜਿਹੜੇ ਪ੍ਰੋਗਰਾਮਸ ਆ 100% ਫ੍ਰੀ ਹੈਗੇ ਆ। ਇੱਕੋ ਹੀ ਸ਼ਰਤ ਆ ਜਿਹੜੇ ਕਿ ਗੌਰਮੈਂਟ ਦੀ ਸ਼ਰਤ ਆ ਕਿ ਜਿਹੜੇ ਪ੍ਰੋਗਰਾਮ ਐਂਡ ਸਰਵਿਸਿਜ਼ ਆਪਾਂ ਆਫਰ ਕਰਦੇ ਹਾਂ ਪਿਕਸ ਦੇ ਵਿੱਚ, ਜਾਂ ਜਿਹੜੇ ਹੋਰ ਨਾਟ ਫॉर ਪ੍ਰੋਫਿਟ ਏਜੰਸੀਜ਼ ਪ੍ਰੋਵਾਈਡ ਕਰਦੇ ਹੈਗੇ ਆ, ਗੌਰਮੈਂਟ ਦੇ ਰਿਕੁਆਇਰਮੈਂਟਸ ਹੁੰਦੇ ਆ ਆਮ ਕਰਕੇ ਇੰਡੀਵਿਜੂਅਲ ਸਿਟੀਜ਼ਨ ਹੋਵੇ, ਪਰਮਾਨੈਂਟ ਰੈਜ਼ੀਡੈਂਟ ਹੋਵੇ, ਜਾਂ ਰੈਫਿਊਜੀ ਪ੍ਰੋਟੈਕਟਡ ਇੰਡੀਵਿਜੂਅਲ ਹੋਵੇ, ਠੀਕ ਆ, ਕੋਈ ਵੀ ਹੋਵੇ, ਅਤੇ ਅਨਐਮਪਲੋਇਡ ਹੋਵੇ। ਦੈਟਸ ਵਾਈ ਇਟਸ ਐਨ ਐਮਪਲੋਇਮੈਂਟ ਪ੍ਰੋਗਰਾਮ। ਅਤੇ ਦੂਜੀ ਗੱਲ, interest ਹੋਵੇ in that field as well, naturally, right? So ਜਿਹੜੇ ਵੀ ਲੋਕੀ interested ਹੈਗੇ ਆ to learn about more program and services ਜਿਹੜੇ ਆਪਾਂ offer ਕਰਦੇ ਹਾਂ ਪਿਕਸ ਦੇ ਵਿੱਚ, ਮੈਂ ਇਹੀ ਰਿਕੁਐਸਟ ਕਰਦਾ ਤੁਸੀਂ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਸੰਪਰਕ ਕਰੋ। ਸਾਡਾ ਨੰਬਰ ਹੈਗਾ 604 596 7722, and your call will be directed to the appropriate person. ਵੈਰੀ ਨਾਈਸ। ਸੋ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ। ਪਰ ਇਵੈਂਟ ਦੀ ਗੱਲ ਕਰ ਲੈਂਦੇ ਹਾਂ। ਇਵੈਂਟ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਪਹੁੰਚਣ, ਵੱਧ ਤੋਂ ਵੱਧ ਕਮਿਊਨਿਟੀ ਸਾਥ ਦੇਵੇ, ਅਵੇਅਰਨੈਸ ਵੱਧ ਤੋਂ ਵੱਧ ਹੋਵੇ। ਕੀ ਮੈਸੇਜ ਹੋਏਗਾ ਇਵੈਂਟ ਦੇ ਲਈ ਤੁਹਾਨੂੰ? ਇਹ ਮੈਸੇਜ ਮੈਂ ਇਹੀ ਦਊਂਗਾ ਕਿ ਇਹ ਮੇਰਾ ਇਵੈਂਟ ਨਹੀਂ ਹੈਗਾ, ਨਾ ਕਿ ਦੂਸਰੇ ਦਾ ਇਵੈਂਟ ਹੈ, ਇਹ ਸਾਡਾ ਸਾਂਝਾ ਇਵੈਂਟ ਹੈਗਾ ਆ। ਅਤੇ ਇਹੀ ਅਪੀਲ ਹੈਗੀ ਹੈ ਕਮਿਊਨਿਟੀ ਵਾਸਤੇ ਕਿ ਤੁਸੀਂ ਵੱਧ ਚੜ੍ਹ ਕੇ ਸਾਨੂੰ ਸਪੋਰਟ ਕਰੋ।
ਤੁਸੀਂ ਆਓ, ਲੈਟਸ ਮੇਕ ਦਿਸ ਅ ਸਕਸੈਸਫੁਲ ਇਵੈਂਟ। ਤੇ ਸਕਸੈਸਫੁਲ ਉਦੋਂ ਹੀ ਹੋਣਾ ਜੇ ਆਪਾਂ ਰਲ ਕੇ ਇਹ ਕੰਮ ਕਰੀਏ ਕਿ ਇਹ ਸਾਡਾ ਸਾਰਿਆਂ ਦਾ ਇਸ਼ੂ ਹੈਗਾ। ਹਾਂਜੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਫॉर ਟਾਕਿੰਗ ਟੂ ਅਸ। ਤੇ ਇੰਨਾ ਵੱਡਾ ਇਵੈਂਟ ਜਿਹੜਾ ਹੈਗਾ ਤੁਸੀਂ ਹਰ ਸਾਲ ਆਰਗੇਨਾਈਜ਼ ਕਰਦੇ ਆ, ਤੇ ਇਸ ਸਾਲ ਵੀ ਹੋਪਫੁਲੀ ਬਹੁਤ ਵਧੀਆ ਹੋਏਗਾ। ਥੈਂਕ ਯੂ ਸੋ ਮਚ। ਥੈਂਕ ਯੂ ਅਰਸ਼ਦੀਪ ਫॉर ਹੈਵਿੰਗ ਮੀ। ਥੈਂਕ ਯੂ। ਪਿਕਸ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ 19 ਤਰੀਕ ਨੂੰ। 19 ਤਰੀਕ ਨੂੰ ਤੁਸੀਂ ਪਹੁੰਚਣਾ ਬੇਅਰ ਕ੍ਰੀਕ ਪਾਰਕ ਦੇ ਵਿੱਚ। ਕਾਰ ਰੈਲੀ ਹੋ ਰਹੀ ਆ, ਵਾਕ ਟੂ ਰੀਚ, ਤਾਂ ਕਿ ਨੌਜਵਾਨਾਂ ਦੀ ਲਾਈਫ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਡਰੱਗਸ ਤੋਂ, ਗੈਂਗਸ ਤੋਂ। ਮੇਰੇ ਨਾਲ ਇੱਥੇ ਪਹੁੰਚੇ ਹੋਏ ਨੇ ਸਤਬੀਰ ਸਿੰਘ ਚੀਮਾ। ਆਓ ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਇਵੈਂਟ ਕਿਸ ਦੇ ਵਾਸਤੇ ਹੈ, ਕਿਸ ਤਰ੍ਹਾਂ ਇਵੈਂਟ ਹੋ ਰਿਹਾ ਤੇ ਇਹ ਕਿਸ ਤਰ੍ਹਾਂ ਫੀਲ ਕਰ ਰਹੇ ਨੇ। ਸੋ ਮਿਸਟਰ ਚੀਮਾ, ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਥੈਂਕ ਯੂ ਅਰਸ਼ਦੀਪ। ਸੋ ਮਿਸਟਰ ਚੀਮਾ, ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਰੀਚ ਕਰੋ, ਤੁਸੀਂ ਗੱਲ ਕਰੋ, ਕਮਿਊਨਿਟੀ ਦੇ ਵਿੱਚ ਗੱਲ ਕਰੋ, ਡਰੱਗਸ ਦੇ ਬਾਰੇ ਗੱਲ ਕਰੋ, ਇਵੈਂਟ ਕੀਤਾ ਜਾ ਰਿਹਾ। ਤੁਹਾਡੀ ਟੀਮ ਸਾਨੂੰ ਪਹਿਲਾਂ ਦੱਸ ਚੁੱਕੀ ਹੈ ਕਿ ਪਹਿਲਾਂ ਵੀ ਇਵੈਂਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਬਹੁਤ ਵਧੀਆ ਰਿਸਪੌਂਸ ਆ ਰਿਹਾ। ਇਸ ਇਵੈਂਟ ਤੋਂ, ਇਸ ਸਾਲ ਦੇ ਇਵੈਂਟ ਤੋਂ ਕੀ ਉਮੀਦਾਂ ਨੇ? ਦੇਖੋ ਅਰਸ਼ਦੀਪ, ਇਹ ਜਿਹੜਾ ਨਾ ਬਹੁਤ ਜ਼ਰੂਰੀ ਮੁੱਦਾ ਹੈ ਆਪਣੀ ਕਮਿਊਨਿਟੀ ਲਈ। ਕਿੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਦਹਾਕਿਆਂ ਤੋਂ ਦੇਖ ਰਹੇ ਹਾਂ ਵੀ ਇੱਥੇ ਜਿਹੜੇ ਗੈਂਗਸ ਦਾ ਕੰਮ ਕਿੰਨਾ ਵਧਿਆ ਹੋਇਆ। ਆਪਣੇ ਕਿੰਨੇ ਬੱਚੇ ਜਿਹੜੇ ਆ ਉਹ ਗੈਂਗਸ 'ਚ ਜਾ ਰਹੇ ਨੇ, ਅਤੇ ਉੱਤੋਂ ਅੱਜ ਜਿਹੜੀ ਡਰੱਗਸ ਦੀ ਪ੍ਰੋਬਲਮ ਹੈ, OD ਕਰਕੇ ਕਿੰਨੀਆਂ ਡੈਥਸ ਹੋ ਰਹੀਆਂ। ਤੁਸੀਂ ਲਾਸਟ ਈਅਰ ਹੀ ਵੇਖ ਲਓ, ਕੋਵਿਡ ਕਰਕੇ ਉਨੀਆਂ ਡੈਥਸ ਨਹੀਂ ਹੋਈਆਂ ਜਿੰਨੀਆਂ ਇਹਦੇ ਕਰਕੇ ਡਰੱਗਸ OD ਕਰਕੇ ਹੋਈਆਂ। ਉਹ ਸਾਰੇ ਆਪਣੇ ਬੱਚੇ ਹੀ ਨੇ ਜਿਹੜੇ ਵਿਚਾਰੇ ਇਸ ਸ਼ਿਕਾਰ ਹੋ ਰਹੇ ਨੇ। ਗੈਂਗਸ ਵਿੱਚ ਨਿੱਕੇ ਨਿੱਕੇ ਬੱਚੇ ਜਾ ਰਹੇ ਨੇ। ਸੋ ਇਹ ਸਿਰਫ ਮੇਰਾ ਮੁੱਦਾ ਨਹੀਂ ਗਾ, ਪਿਕਸ ਦਾ ਮੁੱਦਾ ਨਹੀਂ ਗਾ, ਸਾਰੀ ਕਮਿਊਨਿਟੀ ਦਾ ਮੁੱਦਾ ਹੈ। ਅਸੀਂ ਚਾਹੁੰਦੇ ਹਾਂ ਵੀ ਇਹਦੀ ਅਵੇਅਰਨੈਸ ਲਿਆਈਏ। ਇੱਕ ਤਾਂ ਵੀ ਇਹ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਪੇਰੈਂਟਸ ਲਈ, ਟੀਚਰਸ ਲਈ, ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ, ਈਵਨ ਮੀਡੀਆ ਲਈ, ਵੀ ਇਸ ਚੀਜ਼ 'ਤੇ ਡਿਸਕਸ਼ਨ ਹੋਏ, ਇਸ ਚੀਜ਼ ਦੀ ਜਿਹੜੀ ਗੱਲਬਾਤ ਚੱਲਦੀ ਰਹੇ। ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ, ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਜੇ ਲੱਗਦਾ ਵੀ ਇਹ ਲਾਅ ਨਹੀਂ ਠੀਕ ਕੰਮ, ਤਾਂ ਲਾਅ ਨੂੰ ਬਦਲ ਦਿਓ, ਠੀਕ ਹੈ ਨਾ। ਜੇ ਜੱਜ ਜਿਹੜੇ ਆ ਜੱਜਮੈਂਟ ਦੇਣ ਲੱਗਿਆ ਕ੍ਰਿਮੀਨਲਸ ਦੇ ਰਾਈਟਸ ਦਾ ਜ਼ਿਆਦਾ ਖਿਆਲ ਰੱਖ ਰਹੇ ਨੇ, ਅਤੇ ਉਹ ਵੀ ਇੱਕ ਇਸ਼ੂ ਹੈ। ਵੀ ਸ਼ੁੱਡ ਡੈਫੀਨਿਟਲੀ ਲੁੱਕ ਇਨਟੂ ਇਟ ਵੀ ਉਹ ਕਿਉਂ ਕਰ ਰਹੇ ਨੇ, ਠੀਕ ਹੈ। ਸਾਡੇ ਰਾਈਟਸ ਕਿੱਧਰ ਗਏ, ਸਾਡੇ ਬੱਚਿਆਂ ਦੇ ਰਾਈਟਸ ਕਿੱਧਰ ਗਏ, ਠੀਕ ਹੈ। ਅਤੇ ਜੇ ਲੱਗਦਾ ਬਈ ਪੁਲਿਸ ਆਪਣਾ ਕੰਮ ਨਹੀਂ ਠੀਕ ਕਰੀ, ਤਾਂ ਪੁਲਿਸ ਨੂੰ ਪੁੱਛਿਆ ਜਾਏ ਵੀ ਜੇ ਤੁਹਾਨੂੰ ਪਤਾ ਆ ਬਈ ਜਦੋਂ ਦੇਖੀਦਾ ਕਹਿੰਦੇ ਜੀ ਦਿਸ ਪਰਸਨ ਵਾਜ਼ ਨੋਨ ਟੂ ਦੀ ਪੁਲਿਸ, ਠੀਕ ਹੈ। ਵੀ ਜੇ ਉਹ ਨੋਨ ਟੂ ਦੀ ਪੁਲਿਸ ਨੇ, ਜੇ ਤੁਹਾਨੂੰ ਪਤਾ ਵੀ ਇਹ 30-40 ਜਿੰਨੇ ਵੀ ਹੈਗੇ ਨੇ, ਇਹ ਤੁਹਾਨੂੰ ਪਤਾ ਹੈ ਉਹਨਾਂ ਦਾ, ਅਤੇ ਫੜ ਲਓ ਜਾ ਕੇ, ਠੀਕ ਹੈ ਨਾ। ਇਹ ਮੁੱਦੇ ਨੂੰ ਖ਼ਤਮ ਕਰ ਦਿਓ। ਇੰਨਾ ਆਪਾਂ ਕਿਉਂ ਇਹਨੂੰ ਪ੍ਰੋਲੋਂਗ ਕੀਤਾ ਵੀ ਸਾਲਾਂ ਦੇ ਸਾਲ ਚੱਲੀ ਜਾ ਰਿਹਾ। ਉਹੀ ਹਰ ਖਬਰ ਸੁਣੀ ਦੀ ਜੀ, ਅੱਜ ਇੱਥੇ ਫਲਾਣੀ ਜਗ੍ਹਾ ਸ਼ੂਟਿੰਗ ਹੋ ਗਈ ਆ, ਫਲਾਣਾ ਬੱਚਾ ਮਾਰਿਆ ਗਿਆ। ਕਿੰਨਾ ਚਿਰ ਸੁਣੀ ਜਾਵਾਂਗੇ ਆਪਾਂ, ਰਾਈਟ। ਇਹਨਾਂ ਲਈ ਕੁਝ ਕਰਨਾ ਚਾਹੀਦਾ। ਬਿਲਕੁਲ ਇਨੀਸ਼ੀਏਟਿਵ ਪਿਕਸ ਵੱਲੋਂ ਕੀਤਾ ਗਿਆ ਆ, ਅਤੇ ਨਾਲ ਹੁਣ ਇਵੈਂਟ ਹੋ ਰਿਹਾ। ਹੁਣ ਸਾਡੇ 'ਤੇ ਹੈ ਅਤੇ ਕਮਿਊਨਿਟੀ ਦੇ ਉੱਤੇ ਹੈ ਕਿ ਕਿਸ ਤਰ੍ਹਾਂ ਲੋਕ ਸਾਥ ਦਿੰਦੇ ਨੇ, ਕਿਸ ਤਰ੍ਹਾਂ ਅਵੇਅਰਨੈਸ ਪਹੁੰਚਾਈ ਜਾਂਦੀ ਨੇ, ਕਿਉਂਕਿ ਉੱਥੇ ਸਪੀਕਰਸ ਵੀ ਹੋਣਗੇ, ਉੱਥੇ RCMP ਵੀ ਹੋਏਗੀ, ਉੱਥੇ ਬਹੁਤ ਸਾਰੇ ਹੋਰ ਜਿਹੜੇ ਨੇ ਸਰਵਿਸਿਜ਼ ਹੋਣਗੀਆਂ, ਤਾਂ ਕਿ ਅਵੇਅਰਨੈਸ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਪੈਦਾ ਕੀਤੀ ਜਾਵੇ, ਤਾਂ ਕਿ ਲੋਕ ਗੱਲ ਕਰਨ। ਕੀ ਕਹਿਣਾ ਚਾਹੋਗੇ ਕਮਿਊਨਿਟੀ ਨੂੰ, ਕੀ ਮੈਸੇਜ ਹੋਏਗਾ ਤੁਹਾਡਾ ਕਮਿਊਨਿਟੀ ਨੂੰ? ਕਮਿਊਨਿਟੀ ਲਈ ਇਹੀ ਮੈਸੇਜ ਹੈ ਵੀ ਇਹ ਅਸੀਂ ਕਮਿਊਨਿਟੀ ਕਰਕੇ ਕਰ ਰਹੇ ਹਾਂ, ਔਰਗਨਾਈਜ਼ ਕੀਤਾ। ਸਾਡਾ ਕੋਈ ਆਪਣਾ ਨਾ ਸਾਨੂੰ ਇਹਦੀ ਕੋਈ ਫੰਡਿੰਗ ਆ, ਨਾ ਸਾਡਾ ਕੋਈ ਏਜੰਡਾ ਹੈ। ਵੀ ਜਸਟ ਵਾਂਟ ਟੂ ਕ੍ਰੀਏਟ ਅ ਪਲੈਟਫਾਰਮ ਜਿੱਥੇ ਅਸੀਂ ਸਾਰੇ ਇਕੱਠੇ ਹੋਈਏ, ਸਾਰੇ ਬਜ਼ੁਰਗ ਆਉਣ, ਪੇਰੈਂਟਸ ਆਉਣ, ਟੀਚਰਸ ਆਉਣ, ਮੀਡੀਆ ਆਏ, ਅਤੇ ਇਸ ਚੀਜ਼ 'ਤੇ ਸੋਚ ਵਿਚਾਰ ਹੋਏ, ਤਾਂ ਕਿ ਅਸੀਂ ਕਹੀਏ ਵੀ ਨਹੀਂ, ਇਹ ਮੁੱਦੇ ਦਾ ਹੱਲ ਕਰੋ ਹੁਣ, ਠੀਕ ਹੈ। ਇਨਫ ਇਜ਼ ਇਨਫ। ਬਹੁਤ ਚਿਰ ਅਸੀਂ ਸੁਣ ਲਿਆ, ਗੱਲਾਂ ਬਾਤਾਂ ਵੀ ਹੋ ਗਈਆਂ, ਸਟੇਟਮੈਂਟਸ ਵੀ ਆ ਗਈਆਂ, ਪਰ ਅਸੀਂ ਚਾਹੁੰਦੇ ਵੀ ਹੁਣ ਇਹਦਾ ਸਵਾਲ ਦਾ ਜਵਾਬ ਸਾਨੂੰ ਮਿਲਣਾ ਚਾਹੀਦਾ, ਠੀਕ ਹੈ ਨਾ। ਇਹ ਅਸੀਂ ਕਰਕੇ ਛੱਡਣਾ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਦ ਇਨੀਸ਼ੀਏਟਿਵ ਐਂਡ ਥੈਂਕ ਯੂ ਟਾਕਿੰਗ ਟੂ ਅਸ। ਥੈਂਕ ਯੂ ਅਰਸ਼ਦੀਪ। ਐਂਡ ਅਗੇਨ ਕਮਿਊਨਿਟੀ ਨੂੰ ਰਿਕੁਐਸਟ ਹੈ ਕਿ ਪਲੀਜ਼ ਉੱਥੇ ਆਓ ਅਗਸਤ 19 ਨੂੰ ਬੇਅਰ ਕ੍ਰੀਕ ਪਾਰਕ। ਥੈਂਕ ਯੂ।
ਸਾਂਝਾ ਟੀਵੀ ਵੱਲੋਂ ਤੇ ਸਾਡੇ ਵੱਲੋਂ ਇਹੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਸਾਰੇ ਆਓ ਤੇ ਇਹ ਜਿਹੜਾ ਇਹਨਾਂ ਨੇ ਇੰਨੀ ਮਿਹਨਤ ਨਾਲ ਤੇ ਇੰਨੇ ਵਧੀਆ ਮੋਟਿਵ ਨਾਲ ਇਹ ਇਵੈਂਟ ਆਰਗੇਨਾਈਜ਼ ਕੀਤਾ ਹੈ, ਇਹਦੀ ਰੌਣਕ ਹੋਰ ਵਧਾਓ ਤੇ ਜਿਹੜੀ ਅਵੇਅਰਨੈਸ ਹੈਗੀ ਉਹ ਸਾਰੇ ਨਾਟ ਈਵਨ ਜਸਟ ਯੂਥ, ਤੁਸੀਂ ਹਰ ਏਜ ਗਰੁੱਪ ਦੇ ਲੋਕੀ ਆਣ ਇੱਥੇ ਤੇ ਇਹ ਇਵੈਂਟ ਨੂੰ ਹੋਰ ਵਧੀਆ ਬਣਾਉਣ ਤੇ ਸਪੋਰਟ ਕਰਨ। ਕੀਪ ਸਪੋਰਟਿੰਗ। ਬਿਲਕੁਲ, ਜਿੱਦਾਂ ਕੰਗਨਾ ਨੇ ਕਿਹਾ ਕਿ ਪਿਕਸ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੇ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਫॉर द यूथ टू द यूथ कि यूथ ਨੂੰ ਅਸੀਂ ਅਵੇਅਰ ਕਰਨਾ ਆ ਕਿ ਜੋ ਡਰੱਗਸ ਨੇ, ਗੈਂਗ ਵਾਇਲੈਂਸ ਨੇ ਕਿਉਂ ਹੈ, ਰੂਟਸ ਕਾਜ਼ ਕੀ ਹੈ, ਗੱਲਬਾਤ ਕੀਤੀ ਜਾਵੇ ਤਾਂ ਕਿ ਇਸ ਦਾ ਕੋਈ ਨਾ ਕੋਈ ਸੋਲਿਊਸ਼ਨ ਜਿਹੜਾ ਆ ਉਹ ਕੱਢਿਆ ਜਾ ਸਕੇ। ਪੇਰੈਂਟਸ ਇਨਵੋਲਵ ਹੋ ਸਕਦੇ ਆ, ਬੱਚੇ ਇਨਵੋਲਵ ਹੋ ਸਕਦੇ ਆ। ਸੋ ਤੁਸੀਂ ਇਸ ਵਾਕ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ। ਵਾਕ ਟੂ ਅਵੇਅਰ, ਰੀਚ ਕਰੋ, ਤੁਸੀਂ ਕਮਿਊਨਿਟੀ ਸਰਵਿਸਿਜ਼ ਨੂੰ ਰੀਚ ਕਰੋ ਕਿਉਂਕਿ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਮਿਊਨਿਟੀ ਦੇ ਵਿੱਚ ਨੇ ਤਾਂ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਵੀ ਅਜਿਹਾ ਬੱਚਾ ਹੈ ਉਸ ਬੱਚੇ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ, ਨੌਜਵਾਨ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਸਕਦੇ ਹੋ। ਸੋ ਡੂ ਕਮ 19 ਤਰੀਕ ਨੂੰ 19 ਅਗਸਤ ਨੂੰ ਬੇਅਰ ਕ੍ਰੀਕ ਪਾਰਕ ਦੇ ਵਿੱਚ ਪਹੁੰਚਣਾ ਆ। ਰੈਲੀ ਹੋਣੀ ਆ, ਕਾਰ ਰੈਲੀ ਹੋਣੀ ਆ। ਪਹਿਲਾਂ ਕਾਰਾਂ ਦੇ ਵਿੱਚ 9 o'clock ਤੋਂ ਸ਼ੁਰੂ ਹੋ ਜਾਣੀ ਆ, 3 ਵਜੇ ਤੱਕ ਇਹ ਹੋਣਾ ਆ। ਸੋ ਵੀਰਵਾਰ ਦਾ ਦਿਨ ਆ ਤਾਂ ਤੁਸੀਂ ਉੱਥੇ ਜ਼ਰੂਰ ਪਹੁੰਚਣਾ ਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Realize, educate, accept, communicate, help, reach ज़रूरी है, पहुंचना बेहद ज़रूरी है because it's for drug and gang free communities। ਇਹ ਨੌਜਵਾਨਾਂ ਲਈ ਹੈ ਤਾਂ ਕਿ ਜਵਾਨੀਆਂ ਨਸ਼ੇ ਹੇਠ ਨਾ ਦਬ ਜਾਣ। Support our car rally by PICS. Your presence will mark your concern for society। ਫਿਕਰ ਕਰਦੇ ਹੋ ਤਾਂ ਪਹੁੰਚੋ। ਕਿੱਥੇ ਆਉਣਾ ਤੇ ਕਿੰਨੇ ਵਜੇ? Details are here। #Young Lives Matter।